ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 99 ਅੰਗ ਦੇ ਅਖੀਰ ਤੇ 17ਵਾਂ ਸ਼ਲੋਕ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਦੀ ਵਾਰ ਚੌਥੇ ਪਾਤਸ਼ਾਹ ਦੀ ਵਾਰ ਹੈ। ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਤੀਸਰੇ ਪਾਤਸ਼ਾਹ ਮਹਾਰਾਜ ਪਹਿਲਾਂ ਬਖਸ਼ਿਸ਼ ਕਰਦੇ ਨੇ। ਸ਼ਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਸੋ ਇਸ ਸ਼ਬਦ ਦੀ ਚੌਥੀ ਪੰਕਤੀ 'ਚ ਮਹਾਰਾਜ ਨੇ ਬਚਨ ਕੀਤਾ ਹੈ ਕਿ ਕੁਲੱਖਣੀ ਕੁਨਾਰ ਮੈਲੀ ਕੁਮੈਲੀ ਕਰੂਪ ਕਸੋਹਣੀ ਕੌਣ ਹੈ। ਜੀਵ ਰੂਪ ਕਿਸ ਇਸਤਰੀ ਨੂੰ ਆਪ ਕਹਿੰਦੇ ਹੋ। ਤਾਂ ਸਤਿਗੁਰੂ ਕਹਿੰਦੇ ਨਾਨਕ ਬਿਨ ਨਾਵੈ ਕਰੂਪ ਕਸੋਹਣੀ। ਜਿਹੜੇ ਜੀਵ ਨਾਮ ਨਹੀਂ ਜਪਦੇ ਉਹ ਕਿੰਨਾ ਹੀ ਸੋਹਣਾ ਹੋਵੇ, ਉਹ ਕਰੂਪ ਹੈ, ਸਫਾਈ ਰੂਪੀ ਰੂਪ ਤੋਂ ਰਹਿਤ ਹੁੰਦਾ। ਕਸੋਹਣੀ ਤੋਂ ਭਾਵ ਸੁੰਦਰਤਾ ਤੋਂ ਰਹਿਤ। ਜਿਨ੍ਹਾਂ ਨੇ ਨਾਮ ਦਾ ਤਿਆਗ ਕਰ ਦਿੱਤਾ, ਪਤੀ ਪਰਮਾਤਮਾ ਦਾ ਤਿਆਗ ਕਰ ਦਿੱਤਾ, ਆਪਣੇ ਗੁਰੂ ਨੂੰ ਛੱਡ ਦਿੱਤਾ, ਰਹਿਤ ਮਰਿਆਦਾ ਤਿਆਗ ਦਿੱਤੀ, ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਮਨਮੁਖ ਮੈਲੀ ਕਾਮਣੀ। ਜਿਹੜੀ ਕਰੂਪ ਕਸੋਹਣੀ ਨਾਮ ਤੋਂ ਹੀਣੀ ਮਨਮੁਖ ਕਾਮਣੀ ਜੀਵ ਰੂਪ ਇਸਤਰੀ ਦੀ ਬੁੱਧੀ ਹੈ, ਉਹ ਨਾਮ ਦੇ ਵਿੱਚ ਨਾਰੰਗੀ ਹੋਣ ਕਰਕੇ ਰਾਗ ਦਵੈਸ਼ ਕਰਕੇ ਮੈਲੀ ਹੋ ਰਹੀ ਹੈ। ਰਾਗ ਦਵੈਸ਼ ਬਾਰੇ ਸਤਿਗੁਰੂ ਹਮੇਸ਼ਾ ਹੀ ਜ਼ਿਕਰ ਕਰਦੇ ਨੇ। ਸੋ ਜਿਸ ਤਰ੍ਹਾਂ ਰਾਗ ਦਵੈਸ਼ ਹਰ ਇੱਕ ਜੀਵ ਦੇ ਅੰਦਰ ਹੀ ਹੈ, ਸੋ ਕਦੇ ਸੰਸਾਰ ਦੇ ਅੰਦਰ ਇਹ ਜੀਵ ਆਪਣੇ ਮਨਾਂ ਦੇ ਅੰਦਰ ਦੂਜੇ ਪ੍ਰਤੀ ਨਫ਼ਰਤ ਦੀ ਨਿਗਾਹ ਨਾਲ ਦੇਖਣਾ, ਈਰਖਾ ਨਾਲ ਦੇਖਣਾ, ਜਾਂ ਦੂਜਾ ਕਰਕੇ ਜਾਣਨਾ, ਜਾਂ ਆਪਣੇ ਲਈ ਹੋਈ ਸਭ ਕੁਝ ਖਾਣ ਪੀਣ ਨੂੰ ਰੱਖ ਲੈਣਾ, ਆਪਣੇ ਹੀ ਪਰਿਵਾਰ ਬਾਰੇ ਸੋਚਣਾ, ਸਿਰਫ ਆਪਣਾ ਹੀ ਸੋਚਣਾ, ਜਿਹੜਾ ਦੂਜੇ ਦਾ ਸੋਚਣਾ ਹੀ ਨਾ, ਭਾਵੇਂ ਦੂਜਾ ਕੋਲ ਕਿੰਨਾ ਹੀ ਦੁਖੀ ਹੋਵੇ। ਸੋ ਜਦੋਂ ਅਸੀਂ ਦੂਸਰੇ ਵਿੱਚ ਪਰਮਾਤਮਾ ਨੂੰ ਦੇਖਣ ਲੱਗ ਗਏ, ਜਦੋਂ ਦੂਜਿਆਂ ਦੀ ਮਦਦ ਕਰਨ ਲੱਗ ਗਏ, ਪਰਉਪਕਾਰ ਕਰਨ ਲੱਗ ਪਏ, ਪਹਿਲਾਂ ਦੂਜੇ ਨੂੰ ਛਕਾਉਣਾ ਫਿਰ ਆਪ ਛਕਣਾ ਗੁਰਮਤਿ ਹੈ। ਦੂਜੇ ਨੂੰ ਸੁੱਖ ਦੇਣਾ, ਆਪ ਭਾਵੇਂ ਦੁਖੀ ਰਹਿਣਾ, ਇਹ ਵੀ ਇੱਕ ਪ੍ਰਕਾਰ ਦੀ ਗੁਰਮਤਿ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੂਜੇ ਦਾ ਭਲਾ ਗੁਰਸਿੱਖ ਜ਼ਿਆਦਾ ਸੋਚਦਾ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਰਾਗ ਹੁੰਦਾ ਆਪਣਿਆਂ ਨਾਲ ਤੇ ਬਹੁਤਾ ਪਿਆਰ ਕਰਨਾ, ਦਵੈਸ਼ ਹੁੰਦੀ ਦੂਜੇ ਨਾਲ ਈਰਖਾ ਕਰਨੀ। ਜਿਵੇਂ ਕਿਸੇ ਪਿੰਡ ਦੇ ਵਿੱਚ ਲੜਾਈ ਹੋ ਗਈ ਦੋ ਪਿੰਡਾਂ ਦੀ, ਦੋਨੋਂ ਪਾਸੇ ਦੇ ਲੋਕ ਇੱਕ ਦੂਜੇ ਤੇ ਡਾਂਗ ਸੋਟਾ ਲੈ ਕੇ ਅੱਗੇ ਨੂੰ ਵੱਧ ਰਹੇ ਸੀ। ਸੋ ਇੱਕ ਮਾਤਾ ਰੌਲਾ ਪਾ ਰਹੀ ਸੀ, ਸ਼ਾਬਾਸ਼ ਅੱਗੇ ਹੋ ਕੇ ਲੜੋ ਦੂਜੇ ਪਿੰਡ ਵਾਲਿਆਂ ਨਾਲ, ਪਰ ਆਪਣੇ ਲੜਕੇ ਦੀ ਬਾਂਹ ਫੜ ਕੇ ਪਿੱਛੇ ਨੂੰ ਖਿੱਚ ਰਹੀ ਸੀ ਕਿ ਤੂੰ ਨਹੀਂ ਅੱਗੇ ਹੋਣਾ। ਸੋ ਇਸ ਕਰਕੇ ਪੰਜਾਬੀ ਦੀ ਕਹਾਵਤ ਇੱਕ ਬਣੀ, ਸੋ ਪਿੰਡਾ ਅੱਗੇ ਪੁੱਤਾ ਪਿੱਛੇ, ਵੀ ਪੁੱਤ ਤੂੰ ਤਾਂ ਪਿੱਛੇ ਨੂੰ ਆ ਜਾ ਤੇ ਪਿੰਡ ਸਾਰਾ ਅੱਗੇ ਹੋ ਕੇ ਆਪਸ ਵਿੱਚ ਖੂਨੋ ਖੂਨ ਹੋ ਜਾਏ। ਹਰ ਇੱਕ ਜੀਵ ਆਪਣੇ ਪਰਿਵਾਰ ਨੂੰ ਪਹਿਲ ਦਿੰਦਾ ਰਾਗ, ਦੂਜੇ ਦੇ ਪਰਿਵਾਰ ਨੂੰ ਭਾਵੇਂ ਕਿੰਨੀ ਔਖਿਆਈ ਹੋਵੇ ਉਹ ਹੈ ਦਵੈਸ਼। ਇਸੇ ਪ੍ਰਕਾਰ ਆਪਣੇ ਮੂੰਹ ਤੱਕ ਚੀਜ਼ ਜਾਂਦੀ, ਕੋਲ ਬੈਠਾ ਜਾਨਵਰ ਭੁੱਖਾ ਮਰ ਜਾਵੇ ਉਹਦੇ ਵੱਲ ਧਿਆਨ ਨਹੀਂ ਦੇਣਾ, ਇਹ ਹੈ ਦਵੈਸ਼। ਕਿ ਆਪਣੇ ਮੂੰਹ ਨੂੰ ਹੀ ਚੀਜ਼ ਜਾਣੀ, ਵੰਡ ਕੇ ਨਹੀਂ ਖਾਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਜਾਣਦੇ ਹੋਏ ਸਮਬਿਰਤੀ ਨੂੰ ਬਣਾ ਲੈਣਾ ਹੀ ਗੁਰਮੁਖਪੁਣਾ ਹੈ। ਤੇ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਉਹ ਦਵੈਸ਼ ਕਰਕੇ ਮੈਲੀ ਹੋ ਰਹੀ ਹੈ, ਇਸ ਲਈ ਉਹ ਕੁਲੱਖਣੀ ਹੁੰਦੀ, ਖੋਟੇ ਲੱਛਣਾਂ ਵਾਲੀ ਹੈ, ਸ਼ੁਭ ਗੁਣਾ ਰੂਪੀ ਕੁਲ ਦੇ ਨਾਸ ਕਰਨ ਵਾਲੀ, ਅਤੇ ਕੁਨਾਰ ਹੁੰਦੀ ਹੈ ਸੋ ਜਿਸ ਪ੍ਰਕਾਰ ਜਤ ਸਤ ਦਾ ਤਿਆਗ ਕਰ ਦੇਵੇ। ਜਿਸ ਪ੍ਰਕਾਰ ਇਹ ਜਿਹੜਾ ਸਤ ਹੈ ਉਹਨੂੰ ਕੁਸਤ ਵਿੱਚ ਬਦਲ ਦੇਵੇ। ਨਾਰੀ ਐਸੀ ਅਰਥਾਤ ਨਿੰਦਣੇ ਯੋਗ ਜੋ ਬੜੀ ਭੈੜੀ ਇਸਤਰੀ ਬਣ ਗਈ ਹੈ, ਬੜੇ ਭੈੜੇ ਸੁਭਾਅ ਵਾਲੀ ਜਿਵੇਂ ਇਸਤਰੀ ਹੁੰਦੀ ਹੈ, ਮਨਮੁਖ ਲੋਕ ਵੀ ਐਸੇ ਭੈੜੇ ਸੁਭਾਅ ਵਾਲੇ ਬਣ ਜਾਂਦੇ ਨੇ। ਪੇਰ ਛੋੜਿਆ ਘਰ ਆਪਣਾ, ਉਹਨੇ ਆਪਣੇ ਪਤੀ ਨੂੰ ਘਰ ਵਿੱਚ ਬੈਠਿਆਂ ਹੀ ਛੱਡ ਦਿੱਤਾ। ਪਰ ਪੁਰਖ ਹੈ ਨਾਲ ਪਿਆਰ,
ਤੇ ਪਰਾਏ ਪੁਰਸ਼ ਨਾਲ ਪ੍ਰੇਮ ਕਰਦੀ ਹੈ। ਇਸੇ ਤਰ੍ਹਾਂ ਮਨਮੁਖ ਲੋਕ ਜਿਹੜੇ ਨੇ, ਮਨਮੁਖ ਜੀਵ ਰੂਪ ਇਸਤਰੀ ਨੇ ਆਪਣੇ ਅੰਤःਕਰਨ ਰੂਪ ਘਰ ਵਿੱਚ ਬੈਠੇ ਹੋਏ, ਆਪਣੇ ਹਿਰਦੇ ਦੇ ਅੰਦਰ ਬੈਠੇ ਹੋਏ ਪਤੀ ਪਰਮਾਤਮਾ ਨੂੰ ਛੱਡ ਦਿੱਤਾ। ਗੁਰੂ ਘਰ ਵਿੱਚ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਨੂੰ ਛੱਡਿਆ, ਗੁਰੂ ਨਾਨਕ ਦੇ ਦਰ ਨੂੰ ਛੱਡ ਦਿੱਤਾ ਤੇ ਪਰ ਪੁਰਖ ਹੈ ਜੋ ਦੇਵੀ ਦੇਵਤਿਆਂ ਆਦਿਕ ਨਾਲ, ਮੰਤਰਾਂ ਜੰਤਰਾਂ ਨਾਲ ਟੂਣਾ ਟਾਮਣ ਕਰਨਾ, ਇਹਦੇ ਆਦਿਕ ਜਿਹੜੇ ਕਰਮ ਨੇ ਉਹ ਸਾਰੇ ਕਰਨ ਲੱਗ ਪਈ ਹੈ। ਐਸੇ ਲੋਕਾਂ ਦੀ ਕਦੇ ਮਨ ਦੇ ਅੰਦਰੋਂ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਹਮੇਸ਼ਾ ਉਹਨਾਂ ਦੇ ਮਨਾਂ ਨੂੰ ਕਦੇ ਸੰਤੋਖ ਨਹੀਂ, ਸ਼ਾਂਤੀ ਨਹੀਂ, ਸਬਰ ਨਹੀਂ ਹੈ। ਜਿਵੇਂ ਭਗਤ ਕਬੀਰ ਜੀ ਕੋਲੇ ਇੱਕ ਉਹਨਾਂ ਦੇ ਨਾਲ ਰਹਿਣ ਵਾਲਾ ਸੰਗੀ ਕਈ ਸਾਲਾਂ ਤੋਂ ਕਬੀਰ ਜੀ ਦੇ ਨਾਲ ਭਗਤੀ ਕਰਦਾ ਸੀ। ਘਰ ਦੇ ਵਿੱਚ ਥੋੜਾ ਬਹੁਤ ਦਾਲ ਫੁਲਕਾ ਚੱਲਦਾ ਸੀ, ਭਗਤੀ ਕਰੀ ਜਾ ਰਿਹਾ, ਪਰ ਮਨ ਦੇ ਅੰਦਰ ਚੇਟਕ ਸੀ ਕਿ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਵੇ, ਖਾਣ ਪੀਣ ਨੂੰ ਚੰਗਾ ਮਿਲੇ, ਕੱਪੜਾ ਲੀੜਾ ਚੰਗਾ ਹੋਵੇ, ਲੋਕੀ ਮੱਥਾ ਟੇਕਣ, ਮੇਰੀ ਜੈ ਜੈਕਾਰ ਹੋਵੇ। ਸੋ ਇੱਕ ਦਿਨ ਉਹ ਕਬੀਰ ਜੀ ਕੋਲੋਂ ਚੁੱਪ ਚਪੀਤੇ ਖਿਸਕ ਗਿਆ। ਕਈ ਚਿਰਾਂ ਬਾਅਦ ਮਿਲਿਆ। ਬਿਲਕੁਲ ਸਿਰ ਦੇ ਉੱਤੇ ਕੋਈ ਵਾਲ ਨਹੀਂ, ਸਿਰ ਬਿਲਕੁਲ ਗੰਜਾ, ਨਾ ਦਾੜੀ, ਅਤੇ ਕੱਪੜੇ ਜੋਗੀ ਰੰਗੇ 'ਚ ਪਾ ਕੇ ਤੁਰਿਆ ਆਵੇ। ਕਬੀਰ ਜੀ ਨੇ ਪਛਾਣ ਲਿਆ। ਕਹਿੰਦੇ ਬਈ ਤੂੰ ਕਿੱਧਰ ਚਲਾ ਗਿਆ ਸਾਨੂੰ ਛੱਡ ਕੇ? ਚੰਗੇ ਭਲੇ ਸਤਸੰਗਤ ਬਹਿ ਕੇ ਰਾਮ ਰਾਮ ਕਰਦੇ ਹੁੰਦੇ, ਕੀ ਗੱਲ ਆਹ ਕੇਸ ਕਿੱਧਰ ਗਏ ਤੇਰੇ? ਕਹਿਣ ਲੱਗਿਆ ਜੀ ਇਹਨਾਂ ਕੇਸਾਂ ਨਾਲ ਕੀ ਫਾਇਦਾ, ਤੁਹਾਡੇ ਰਾਮ ਰਾਮ ਦਾ ਕੀ ਫਾਇਦਾ? ਤੁਹਾਡੇ ਕੋਲ ਰਹਿ ਕੇ ਕਦੇ ਕੋਈ ਚੀਜ਼ ਤਾਂ ਮਿਲੀ ਨਹੀਂ, ਨਾ ਕੋਈ ਰਿੱਧੀ ਸਿੱਧੀ, ਨਾ ਕੋਈ ਤਾਕਤ। ਕਬੀਰ ਜੀ ਕਹਿੰਦੇ ਮਨ ਦੀ ਇਕਾਗਰਤਾ ਨਾਲ ਸਭ ਕੁਝ ਪ੍ਰਾਪਤ ਹੁੰਦਾ, ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਇਹਦੇ ਤੇ ਜ਼ੋਰ ਚੜ ਗਿਆ ਤੇਰਾ, ਮਨ ਤੂੰ ਆਪਣਾ ਇਕਾਗਰ ਨਹੀਂ ਕਰ ਸਕਿਆ। ਬਾਕੀ ਰਹੀ ਗੱਲ, ਕਹਿੰਦਾ ਹੁਣ ਦੇਖੋ ਮੇਰੇ ਕੋਲ ਮੈਂ ਸ਼ਿਵ ਜੀ ਦੀ ਆਰਾਧਨਾ ਕੀਤੀ ਹੈ, ਉਹਦਾ ਮੰਤਰ ਜਪਣ ਨਾਲ ਮੇਰੇ ਕੋਲ ਰਿੱਧੀਆਂ ਸਿੱਧੀਆਂ ਤਾਕਤਾਂ ਆਈਆਂ ਨੇ। ਮੈਂ ਲੋਕਾਂ ਨੂੰ ਦਿੰਦਾ ਬਣਾ ਕੇ ਚੀਜ਼ਾਂ, ਕਿਸੇ ਦੇ ਲੜਕਾ ਹੁੰਦਾ, ਕਿਸੇ ਦੀ ਮੱਝ ਨਹੀਂ ਮਿਲਦੀ ਉਹ ਮਿਲ ਜਾਂਦੀ ਹੈ, ਕਿਸੇ ਦਾ ਸਿਰ ਦਰਦ ਹਟਾ ਦਿੰਦਾ, ਕਿਸੇ ਦੇ ਆਹ ਕੰਮ ਕਰ ਦਿੰਦਾ, ਉਹ ਕਰ ਦਿੰਦਾ। ਉਹਦੇ ਕਰਕੇ ਦੁਨੀਆ ਮੈਨੂੰ ਬੜਾ ਮੰਨਦੀ ਆ, ਮੇਰੀ ਮੰਨਤਾ ਹੁੰਦੀ ਆ। ਲੋਕੀ ਮੈਨੂੰ ਹਜ਼ਾਰਾਂ ਰੁਪਈਏ ਦੇ ਜਾਂਦੇ ਨੇ, ਪਦਾਰਥਾਂ ਦੀ ਕਮੀ ਨਹੀਂ, ਕੱਪੜੇ ਦੇ ਘਰ ਭਰ ਗਏ ਮੇਰੇ। ਇਹ ਹੁਣ ਮੌਜ ਲੱਗੀ ਹੋਈ ਹੈ। ਕਬੀਰ ਜੀ ਕਹਿਣ ਲੱਗੇ ਕਿੰਨੀ ਕੁ ਦੇਰ ਮੌਜ ਕਰੇਗਾ, ਸਰੀਰ ਨੇ ਤਾਂ ਅੰਤ ਨੂੰ ਨਾਸ ਹੋਣਾ। ਇਹ ਸਾਰਾ ਕੁਝ ਲੇਖਾ ਫਿਰ ਦੇਣਾ ਪੈਂਦਾ ਬਾਪ ਦੇ ਵਿੱਚ। ਤੋ ਜਦੋਂ ਫਿਰ ਇਹ ਲੋਕਾਂ ਦੇ ਖੀਰ ਕੜਾਹ ਆਦਿਕ ਖਾਣਾ ਖਾਂਦਾ, ਚੜ੍ਹਾਈ ਕਰ ਗਿਆ, ਇਹ ਲੇਖਾ ਵੀ ਦੇਣਾ ਪੈਂਦਾ। ਲੇਖਾ ਦੇਣ ਲਈ ਜਾਨਵਰ ਵੀ ਬਣਨਾ ਪੈ ਸਕਦਾ। ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਜਦੋਂ ਪਰਮਾਤਮਾ ਨੇ ਚਾਰ ਪੈਰਾਂ ਵਾਲਾ ਜਾਨਵਰ ਤੈਨੂੰ ਬਣਾ ਦਿੱਤਾ, ਦੋ ਸਿੰਘ ਲਾ ਦਿੱਤੇ, ਗੂੰਗਾ ਮੂੰਹ ਹੋ ਗਿਆ, ਉਦੋਂ ਕਿਵੇਂ ਗੁਣ ਗਾਏਗਾ ਪਰਮਾਤਮਾ ਦੇ? ਊਠ ਬੈਠ ਠੇਂਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੈਨੂੰ ਡੰਡੇ ਪੈਣੇ ਆ। ਤਬਕਤ ਮੂੰਡ ਲੁਕਾਈ ਹੈ, ਉਦੋਂ ਫਿਰ ਆਪਣਾ ਮੂੰਡ ਜਿਹੜਾ ਸਿਰ ਆ ਕਿੱਥੇ ਲੁਕਾਵੇਂਗਾ? ਇਸ ਕਰਕੇ ਪ੍ਰਭੂ ਦੀ ਭਗਤੀ ਵਿੱਚ ਪਹਿਲਾਂ ਤਾਂ ਕਸ਼ਟ ਹੈ, ਪਰ ਫਿਰ ਜਦੋਂ ਉਹ ਨਾਮਦਾਨ ਦੇ ਦਿੰਦਾ, ਫਿਰ ਬਖਸ਼ਿਸ਼ ਹੀ ਬਖਸ਼ਿਸ਼ ਹੈ, ਕਿਰਪਾ ਹੀ ਕਿਰਪਾ ਹੈ, ਫਿਰ ਕਦੇ ਦੁੱਖ ਨਹੀਂ। ਪਰ ਜਿਹੜੇ ਸੰਸਾਰ ਦੇ ਸੁੱਖ ਲੈਂਦੇ ਆ, ਇਹ ਪਹਿਲਾਂ ਹੀ ਸੁੱਖ ਨੇ, ਬਾਅਦ ਵਿੱਚ ਇਹ ਜਿਹੜਾ ਸੁੱਖ ਰੋਗ ਪਿਆ। ਬਾਅਦ ਵਿੱਚ ਮਹਾਰਾਜ ਕਹਿੰਦੇ, ਇਹ ਕਬੀਰ ਜੀ ਕਹਿੰਦੇ ਸੁੱਖ ਰੋਗਾਂ ਵਿੱਚ ਬਦਲ ਜਾਂਦੇ ਨੇ ਭਾਈ। ਸਾਰੀ ਦੁਨੀਆ ਸੁੱਖ ਮੰਗਤ ਦੁੱਖ ਆਗੇ ਆਵੈ, ਸੋ ਸੁੱਖ ਹਮਹੁ ਨਾ ਮੰਗਿਆ ਭਾਵੈ। ਇਹ ਵੀ ਕਬੀਰ ਜੀ ਦੀ ਪੰਕਤੀ ਹੈ। ਇਸ ਤਰ੍ਹਾਂ ਜਿਹੜੇ ਲੋਕ ਆਪਣੇ ਗੁਰੂ ਨੂੰ ਛੱਡ ਜਾਂਦੇ ਨੇ, ਉਹਨਾਂ ਨੂੰ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੂਕਾਰ। ਇਸ ਲਈ ਉਹਦੀ ਕਦੇ ਤ੍ਰਿਸ਼ਨਾ ਦੂਰ ਨਹੀਂ ਹੁੰਦੀ। ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀ ਹੋਈ ਹਮੇਸ਼ਾ ਹਾਏ ਹਾਏ ਕਰਦੀ ਰਹਿੰਦੀ ਆ। ਨਾਨਕ ਬਿਨ ਨਾਵੈ ਕਰੂਪ ਕਸੋਂ ਹੋਣੀ, ਪਰ ਹਰ ਛੋਡੀ ਪਧਾਰ। ਸਤਿਗੁਰੂ ਕਥਨ ਕਰਦੇ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ
ਕੁਰੂਪ ਹੋ ਰਹੀ ਹੈ, ਸਫਾਈ ਰੂਪੀ ਰੂਪ ਤੋਂ ਰਹਿਤ ਹੋ ਰਹੀ ਹੈ। ਦੇਖਣ ਨੂੰ ਕਿੰਨਾ ਮਰਜ਼ੀ ਸੋਹਣਾ ਹੋਵੇ ਇਨਸਾਨ, ਪਰ ਸਤਿਗੁਰੂ ਨੂੰ ਸੋਹਣਾ ਨਹੀਂ ਮੰਨਦੇ। ਕਿ ਸੋਹਣੀ ਹੁੰਦੀ ਸੁੰਦਰਤਾ ਤੋਂ ਰਹਿਤ ਹੋਣਾ, ਦਿਲ ਦੀ ਸਫਾਈ ਨਹੀਂ ਹੈ, ਮੁੱਖ ਉਜਲਾ ਨਹੀਂ ਹੈ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਪਤੀ ਨੇ ਉਹਨੂੰ ਪਰ ਹਰ ਛੋਡੀ, ਤਿਆਗ ਹੀ ਛੱਡਿਆ। ਸੋ ਮੂਆ ਜਿਸ ਮਨੋਂ ਵਿਸਾਰੇ, ਪਰਮਾਤਮਾ ਨੇ ਉਹਨੂੰ ਮਨ ਵਿੱਚੋਂ ਹੀ ਭੁਲਾਤਾ, ਗੁਰਾਂ ਨੇ ਵੀ ਭੁਲਾਤਾ। ਕਹਿੰਦੇ ਜਾ ਤੁਰਿਆ ਫਿਰ, ਜਿੱਥੇ ਤੇਰਾ ਜੀ ਕਰਦਾ ਤੁਰਿਆ ਫਿਰ। ਕਿਉਂਕਿ ਜਦੋਂ ਸਤਿਗੁਰੂ ਦਾ ਆਸਰਾ ਹੁੰਦਾ ਹੈ, ਉਹਦੀ ਬਖਸ਼ਿਸ਼ ਹੁੰਦੀ ਹੈ, ਤਾਂ ਰੰਗਤ ਹੋਰ ਹੀ ਹੁੰਦੀ ਹੈ। ਜਦੋਂ ਉਹਦਾ ਆਸਰਾ ਨਹੀਂ ਹੁੰਦਾ ਜੀਵ ਨੂੰ, ਤਾਂ ਉਹ ਜੀਵ ਵਿਚਾਰਾ ਨਿਤਾਣਾ ਨਿਮਾਣਾ ਹੋ ਕਰਕੇ, ਰੋਗੀ ਜਿਹਾ ਹੋ ਕਰਕੇ, ਦੁਖੀ ਹੋ ਕਰਕੇ ਹਰ ਵਕਤ ਸਤਿਗੁਰੂ ਤੋਂ ਪਰੇ ਹੀ ਰਹਿੰਦਾ। ਪਰ ਜੇ ਗੁਰੂ ਸਾਹਿਬ ਦੀ ਮਿਹਰ ਹੋ ਜੇ ਤਾਂ ਉਹ ਇੱਕ ਵਿਸ਼ੇਸ਼ ਪ੍ਰਕਾਸ਼ ਬਖਸ਼ਿਸ਼ ਕਰ ਦਿੰਦੇ ਨੇ, ਜੀਵ ਨੂੰ ਵਿਸ਼ੇਸ਼ ਸ਼ਕਤੀ ਦੇ ਦਿੰਦੇ ਨੇ। ਉਹਦੇ ਨਾਲ ਜੀਵ ਨੂੰ ਹਮੇਸ਼ਾ ਸੁੱਖ ਬਣਿਆ ਰਹਿੰਦਾ। ਮਹੱਲਾ ਤੀਜਾ। ਦੂਸਰੇ ਪੱਖ ਵਿੱਚ ਜਿਹੜੇ ਰੱਬ ਦੇ ਪਿਆਰੇ, ਉਹਨਾਂ ਦਾ ਕਥਨ ਕਰਦਿਆਂ ਤੀਜੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਭਾਏ ਪਿਆਰੇ। ਪਿਆਰਿਆਂ ਸਤਿਗੁਰਾਂ ਵਿੱਚ ਜਿਹੜੇ ਭਾਏ ਕਰਦੇ ਨੇ, ਭਾਵ ਪ੍ਰੇਮ ਕਰਕੇ ਜੋ ਸ਼ਬਦ ਵਿੱਚ ਰੰਗੀਆਂ ਹੋਈਆਂ ਨੇ, ਉਹ ਅਸਲ ਵਿੱਚ ਸੁਹਾਗਣਾ ਨੇ, ਸੁਹਾਗਵੰਤੀਆਂ ਨੇ। ਸਦਾ ਰਾਵੇ ਪਿਰ ਆਪਣਾ ਸੱਚੈ ਪ੍ਰੇਮ ਪਿਆਰ। 90 ਅੰਗ ਤੇ ਪਹਿਲੀ ਪੰਕਤੀ ਹੈ ਇਹ। ਉਹ ਸੱਚੇ ਵਾਹਿਗੁਰੂ ਦੇ ਪ੍ਰੇਮ ਪਿਆਰ ਕਰਕੇ ਆਪਣੇ ਪਿਆਰੇ ਪਤੀ ਦੇ ਆਨੰਦ ਨੂੰ ਸਦਾ ਹੀ ਭੋਗਦੀ ਹੈ, ਆਨੰਦ ਮਾਣਦੀ ਹੈ। ਇਹ ਹੈ ਕਿ ਸਰੀਰਕ ਤੌਰ ਦੇ ਉੱਤੇ ਜੋ ਵੀ ਆਪਾਂ ਖਾਂਦੇ ਪੀਂਦੇ ਪਹਿਰਦੇ ਭੋਗਦੇ ਹਾਂ, ਇਹ ਸਰੀਰ ਨੂੰ ਕਮਜ਼ੋਰ ਕਰਦੀਆਂ ਸਾਰੀਆਂ ਚੀਜ਼ਾਂ। ਪਰ ਜਿਹੜੀ ਆਤਮਿਕ ਤੌਰ ਤੇ ਆਪਾਂ ਆਨੰਦ ਮਾਣਦੇ ਹਾਂ, ਸਿਮਰਨ ਦਾ, ਬਾਣੀ ਦਾ, ਕਥਾ ਦਾ ਸਿਮਰਨ ਕਰਨਾ, ਇਹਦੇ ਨਾਲ ਸਰੀਰ ਨੂੰ ਵੀ ਤਾਕਤ ਮਿਲਦੀ ਆ ਤੇ ਆਤਮਾ ਵੀ ਤਕੜੀ ਹੁੰਦੀ ਹੈ। ਜਿਹੜੇ ਸਰੀਰਕ ਸੁੱਖ ਮੰਨਣੇ ਨੇ, ਸਰੀਰਕ ਵਿਕਾਰ ਭੋਗਣੇ ਨੇ, ਸਰੀਰਕ ਸਵਾਦ ਲੈਣੇ ਨੇ, ਮੂੰਹ ਨਾਲ ਰਸ-ਕਸ ਖਾਣੇ ਆਦਿਕ, ਇਹਨਾਂ ਨਾਲ ਥੋੜ੍ਹੇ ਚਿਰ ਦਾ ਤਾਂ ਹੈ ਸਵਾਦ, ਪਰ ਫਿਰ ਸਰੀਰ ਵੀ ਕਮਜ਼ੋਰ ਹੋ ਜਾਂਦਾ। ਸਵਾਦੂ ਬੰਦੇ ਦੀ ਆਤਮਾ ਵੀ ਕਮਜ਼ੋਰ ਹੋ ਜਾਂਦੀ। ਵਿਕਾਰੀ ਇਨਸਾਨ ਮੌਤ ਤੋਂ ਹੀ ਡਰਦਾ ਰਹਿੰਦਾ ਫਿਰ, ਕਿਉਂਕਿ ਵਿਕਾਰਾਂ ਦੇ ਮਗਰ ਲੱਗਣੇ ਕਰਕੇ ਆਤਮਿਕ ਤੌਰ ਤੇ ਵੀ ਕਮਜ਼ੋਰ ਹੋ ਗਿਆ, ਸਰੀਰ ਕਰਕੇ ਵੀ ਕਮਜ਼ੋਰ ਹੋ ਗਿਆ। ਸਤਿਗੁਰੂ ਕਹਿੰਦੇ ਨੇ, ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ। ਉਹ ਜੀਵ ਰੂਪ ਇਸਤਰੀ ਜਿਹੜੀ ਆ ਨਾ, ਬਹੁਤ ਹੀ ਸੁੰਦਰ ਹੋ ਕੇ ਸਲਾਹੁਣੇ ਯੋਗ ਸਵਾਲਿਓ ਸੁੰਦਰ ਹੋ ਜਾਂਦੀ ਹੈ, ਪਰਲੋਕ ਵਿੱਚ ਵੀ ਸੋਭਾ ਵਾਲੀ ਹੁੰਦੀ ਹੈ। ਅਤ ਸਵਾਲਿਓ ਸੁੰਦਰੀ। ਸਵਾਲਿਓ ਜੋ ਪਰਮਾਤਮਾ ਹੈ, ਉਹ ਸਵਾਲਿਓ ਪਰਮਾਤਮਾ ਦੀ ਸੁੰਦਰੀ ਬਣ ਜਾਂਦੀ, ਭਾਵ ਵਿਕਾਰਾਂ ਤੋਂ ਰਹਿਤ ਸੁੰਦਰਤਾ ਹੋਣੀ, ਇੱਕ ਵਿਕਾਰੀ ਸੁੰਦਰਤਾ ਹੋਣੀ, ਆਪਣੇ ਆਪ ਨੂੰ ਸਜਾ ਧਜਾ ਕੇ ਰੱਖਣਾ ਕਿ ਦੂਜੇ ਦੇਖ ਕੇ ਵਿਕਾਰੀ ਹੋ ਜਾਣ, ਖਿੱਚ ਖਾਣ ਮੇਰੇ ਵੱਲ। ਪਰ ਇੱਕ ਉਹ ਰੱਬ ਦੇ ਪਿਆਰੇ ਜਿਨ੍ਹਾਂ ਦੇ ਦਰਸ਼ਨ ਹੁੰਦੇ ਨੇ, ਇੱਕ ਉਹ ਨੇ ਜਿਨ੍ਹਾਂ ਦੇ ਦਰਸ਼ਨ ਦੇਖ ਕੇ ਵਿਕਾਰ ਮਿਟਦੇ ਨੇ। ਬ੍ਰਹਮ ਗਿਆਨੀਆਂ ਦੇ ਕੋਲ ਜਾ ਕੇ, ਸਤਿਗੁਰਾਂ ਦੇ ਕੋਲ ਆ ਕੇ, ਜਿਤ ਮਿਲਿਆ ਮਨ ਹੋਇਆ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਮਿਲ ਕੇ ਸਾਡੇ ਮਨ 'ਚ ਵਿਕਾਰ ਪੈਦਾ ਹੁੰਦੇ ਨੇ। ਸਤਿਗੁਰੂ ਕਹਿੰਦੇ ਰੱਬ ਦੇ ਪਿਆਰਿਆਂ ਦੇ ਤਾਈਓਂ ਦਰਸ਼ਨ ਹੁੰਦੇ ਨੇ। ਅਤ ਸਵਾਲਿਓ, ਬੜੀ ਸਲਾਹੁਣੇ ਯੋਗ ਸੁੰਦਰ ਰੂਪਵੰਤੀ, ਚਿਹਰੇ ਉੱਤੇ ਲਾਲੀ, ਅੱਖਾਂ ਵਿੱਚ ਨਿਰਵਿਕਾਰ ਜੀਵਨ, ਇਸ ਤਰ੍ਹਾਂ ਸੋਭਾਵੰਤੀ, ਬੜੀ ਸੋਭਾ ਵਾਲੀ ਨਾਰ ਹੋ ਜਾਂਦੀ ਹੈ, ਜੀਵ ਰੂਪ ਇਸਤਰੀ ਹੋ ਜਾਂਦੀ ਹੈ। ਰੱਬ ਦੇ ਪਿਆਰਿਆਂ ਦੇ ਦਰਸ਼ਨ ਜੀ ਕਰਦਾ ਕਰਦੇ ਹੀ ਰਹੀਏ, ਕਿਉਂਕਿ ਉਹਨਾਂ ਦੇ ਕੋਲ ਬੈਠ ਕੇ ਵੀ ਖੁਸ਼ਬੂ ਆਉਂਦੀ ਹੈ ਨਾਮ ਦੀ, ਉਹਨਾਂ ਦੇ ਕੋਲ ਬੈਠ ਕੇ ਵੀ ਸ਼ਾਂਤੀ ਆਉਂਦੀ ਹੈ। ਉਹਨਾਂ ਦੇ ਉਦਾਲੇ ਉਦਾਲੇ ਪਰਮੇਸ਼ਰ ਦੇ ਨਾਮ ਦੀ ਚਾਰੇ ਪਾਸੇ ਜਿਸ ਪ੍ਰਕਾਰ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਹੁੰਦਾ, ਉਹਨਾਂ ਦੇ ਸਿਰਫ ਕੋਲ ਬਹਿਣ ਨਾਲ ਹੀ ਸਾਡਾ ਮਨ ਬਦਲ ਜਾਂਦਾ। ਗੁਰੂ ਪਿਆਰਿਆਂ ਦੇ ਕੋਲ ਬੈਠ ਕੇ ਹੀ ਵਾਹਿਗੁਰੂ ਚੇਤੇ ਆਉਂਦਾ। ਨਾਨਕ ਨਾਮ ਸੁਹਾਗਣੀ ਮੇਲੀ ਮੇਲਣਹਾਰ। ਉਹਦਾ ਨਾਮ ਸੁਹਾਗਵੰਤੀ ਆ, ਕਿਉਂਕਿ ਮੇਲਣਹਾਰ ਵਾਹਿਗੁਰੂ ਨੇ, ਗੁਰਾਂ ਨੇ, ਸਤਿਗੁਰਾਂ ਨੇ। ਮੇਲਣਹਾਰ ਕੌਣ ਹੈ? ਸਤਿਗੁਰੂ। ਤੇ ਮੇਲੀ
ਪਤੀ ਪ੍ਰਮਾਤਮਾ ਨਾਲ ਗੁਰਾਂ ਨੇ ਮੇਲ ਦਿੱਤੀ, ਵਿਚੋਲਗਿਰੀ ਕਰਤੀ ਗੁਰਾਂ ਨੇ ਸਾਡੀ। ਹਰ ਦਰਗਹਿ ਕਾ ਬੈਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿੰਨਾ ਤੁਰੇ ਪਿਆ ਸੰਜੋਗ। ਜਾਂ ਇਉਂ ਕਹਿ ਲੋ ਭਈ ਨਾਮੀ ਦੇ ਨਾਮ ਵਿੱਚ ਲੀਨ ਹੋਣ ਕਰਕੇ ਉਹ ਸੁਹਾਗਣੀ ਹੈ। ਮੇਲਣਹਾਰ ਕੌਣ ਹੈ? ਵਾਹਿਗੁਰੂ। ਵਾਹਿਗੁਰੂ ਨੇ ਉਹਨੂੰ ਆਪਣੇ ਨਾਲ ਆਪ ਹੀ ਮੇਲ ਲਿਆ, ਪਰ ਗੁਰੂ ਨੂੰ ਵਿੱਚ ਜ਼ਰੂਰ ਰੱਖਣਾ। ਸਤਿਗੁਰ ਦੇ ਨਾਮ ਤੋਂ ਬਿਨਾਂ ਗੱਲ ਅੱਗੇ ਵਧਣੀ ਨਹੀਂ। ਜਿੱਥੇ ਗੁਰਾਂ ਦਾ ਨਾਮ ਨਹੀਂ, ਉੱਥੇ ਗੱਲ ਬਣਨੀ ਨਹੀਂ। ਨਾਨਕ ਹੋਸੀ ਵੀ ਸੱਚ ਤੋਂ ਬਿਨਾਂ ਗੱਲ ਬਣਨੀ ਨਹੀਂ, ਇਹ ਧਿਆਨ ਰੱਖਣਾ। ਪੌੜੀ ਹਰ ਤੇਰੀ ਸਭ ਕਰਹਿ ਉਸਤਤ, ਜਿਨ ਫਾਥੇ ਕਾਢਿਆ। ਇਹ ਵਾਹਿਗੁਰੂ, ਉਹ ਸਾਰੇ ਲੋਕ ਜਿਹੜੇ ਨੇ ਤੇਰੀ ਉਪਮਾ ਬਹੁਤ ਕਰਦੇ ਨੇ, ਜਿਨ੍ਹਾਂ ਮੋਹ ਜਾਲ ਵਿੱਚ ਫਸਿਆ ਹੋਇਆਂ ਨੂੰ ਤੁਸੀਂ ਆਪ ਕੱਢਿਆ। ਉਹ ਕਹਿੰਦੇ ਬਚਾ ਲਿਆ ਰੱਬ ਨੇ, ਗੁਰੂ ਨੇ ਕਰਤੀ ਕਿਰਪਾ, ਨਹੀਂ ਤਾਂ ਅਸੀਂ ਫਸੇ ਹੀ ਰਹਿਣਾ ਸੀ ਵਿਕਾਰਾਂ ਵਿੱਚ। ਵਿਕਾਰੀ ਜੀਵਨ, ਨਾ ਕਦੇ ਉੱਠਣਾ, ਨਹਾਉਣਾ, ਨਾ ਧੋਣਾ, ਨਾ। ਇਹੀ ਜੀ ਕਿਰਪਾ ਹੋ ਗਈ, ਸਤਸੰਗਤ ਵਿੱਚ ਜਾ ਕੇ ਨਾਮ ਦੀ ਦਾਤ ਮਿਲ ਗਈ। ਉਹ ਰੱਬ ਦੇ ਪਿਆਰਿਆਂ ਨਾਲ ਮੇਲ ਹੋ ਗਿਆ ਸਾਡਾ, ਉਹਦੇ ਕਰਕੇ ਬੜੀ ਕਿਰਪਾ ਹੋ ਗਈ। ਹੁਣ ਹਰ ਤੁਧਨੋ ਕਰਹਿ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਇਹ ਵਾਹਿਗੁਰੂ, ਉਹ ਸਾਰੇ ਤੁਹਾਨੂੰ ਨਾ ਰੋਜ਼ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ। ਖਿਨ ਖਿਨ ਹਉ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕੇ ਮਿਲੈ। ਦਸਵੇਂ ਪਾਤਸ਼ਾਹ ਨੇ ਤਾਈਓ ਬਾਰ-ਬਾਰ ਨਮਸਕਾਰ ਕੀਤੀ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਤਾਈਓ ਕਿਹਾ। ਨਮੋ 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 ਨਮੋ, ਨੇਤ 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 ਹੈ। ਤਾਈਓ ਸਤਿਗੁਰਾਂ ਨੇ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹਰ ਏ ਨਮਸਤੇ, ਹਰ ਏ ਨਮਹਿ, ਬਾਰ-ਬਾਰ ਮਹਾਰਾਜ ਨੇ ਅਕਾਲ ਪੁਰਖ ਨੂੰ ਤਾਈਓ ਮੱਥਾ ਟੇਕਿਆ। ਜਿਨ੍ਹਾਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ, ਅਕਾਲ ਪੁਰਖ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਤੁਸੀਂ ਪਾਪਾਂ ਤੋਂ ਰੱਖ ਲਿਆ, ਬਚਾ ਲਿਆ, ਉਹਨਾਂ ਤੇ ਕਿਰਪਾ ਕੀਤੀ ਹੈ। ਪਾਪਾਂ ਵੱਲੋਂ ਸੋ ਤਾਂ ਜਾਂਦੇ ਸੀ, ਪਰ ਤੁਸੀਂ ਵੀ ਕਿਰਪਾ ਕਰਤੀ, ਪ੍ਰੇਰਨਾ ਦੇ ਕੇ ਬਚਾ ਲਿਆ। ਡਿੱਗਦੇ ਡਿੱਗਦੇ ਨੂੰ ਬਚਾ ਲਿਆ। ਜਾ ਕੇ ਆਪ ਭਾਈ ਜੋਗਾ ਸਿੰਘ ਦੇ ਪਹਿਰੇ ਤੇ ਖੜੇ ਹੋ ਗਏ, ਸਾਰੀ ਰਾਤ ਪਹਿਰਾ ਦੇ ਕੇ ਜੋਗਾ ਸਿੰਘ ਨੂੰ ਬਚਾ ਲਿਆ। ਹੋਰ ਵੀ ਕਈਆਂ ਨੂੰ ਸਤਿਗੁਰੂ ਨੇ ਬਚਾਇਆ ਹੈ। ਸੰਤ ਮਹਾਤਮਾ ਵੀ ਬਚਾ ਲੈਂਦੇ ਨੇ। ਰੱਬ ਦੇ ਪਿਆਰੇ, ਡਿਊਟੀ ਲੱਗ ਜਾਂਦੀ ਹੈ। ਪਰਮਾਤਮਾ ਕਿਹਦੀ ਡਿਊਟੀ ਲਾ ਕੇ ਕਦੋਂ ਭੇਜ ਦੇਵੇ, ਉਹ ਪਰਮਾਤਮਾ ਨੂੰ ਪਤਾ। ਇਉਂ ਆਪਣੇ ਪਿਆਰਿਆਂ ਨੂੰ ਪਾਪਾਂ ਤੋਂ ਰੱਖ ਲੈਂਦੇ ਨੇ। ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ। ਇਹ ਵਾਹਿਗੁਰੂ, ਤੁਸੀਂ ਨਿਮਾਣਿਆਂ ਦੇ ਮਾਣ ਹੋ। ਇਹ ਹਰੀ, ਤੁਸੀਂ ਡਾਢਿਆਂ ਤੋਂ ਵੀ ਡਾਢੇ ਹੋ, ਤਕੜਿਆਂ ਦੇ ਵੀ ਤਕੜੇ ਹੋ। ਬਹੁਤ ਪਰੇਸ਼ਾਨ ਕੀਤਾ ਸੀ ਹਰਨਾਕਸ਼ ਨੇ, ਫਿਰ ਆਪ ਜੀ ਨੇ ਕਿਰਪਾ ਕੀਤੀ, ਉਹ ਤੋਂ ਖਹਿੜਾ ਛਡਾਇਆ, ਨਿਮਾਣਿਆਂ ਨੂੰ ਮਾਣ ਦਿੱਤਾ, ਪ੍ਰਹਿਲਾਦ ਵਰਗਿਆਂ ਨੂੰ, ਅਤੇ ਉਹਨੂੰ ਖਤਮ ਕਰ ਦਿੱਤਾ। ਬਹੁਤ ਸਾਰੇ ਦੁਨੀਆ ਦੇ ਅੰਦਰ ਐਸੇ ਪਾਪੀ ਹੋਏ ਜਿਨ੍ਹਾਂ ਨੂੰ ਤੁਸੀਂ ਕਿਰਪਾ ਕੀਤੀ, ਸੋ ਨਿਮਾਣਿਆਂ ਨੂੰ ਮਾਣ ਦੇ ਕੇ ਪਾਪੀਆਂ ਨੂੰ ਖਤਮ ਕਰ ਦਿੱਤਾ। ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਇਹ ਵਾਹਿਗੁਰੂ, ਤੁਸੀਂ ਹੰਕਾਰੀਆਂ ਨੂੰ ਮਾਰ ਕੇ ਨਿਵਾਇਆ। ਹੰਕਾਰ ਜਿਹੜਾ ਸੀ ਬਹੁਤ ਜ਼ਿਆਦਾ, ਹਰਨਾਕਸ਼, ਰਾਵਣ ਆਦਿਕ, ਕੰਸ ਨੂੰ, ਨਰੰਗੇ ਆਦਿਕ ਨੂੰ ਹੰਕਾਰ। ਮਹਾਰਾਜ ਕਹਿੰਦੇ ਮਨਮੁਖ ਮੂਰਖਾਂ ਨੂੰ ਤੁਸੀਂ ਸਾਧਿਆ, ਸੁਧਾਰ ਲਿਆ, ਸਿੱਧੇ ਕਰਤੇ ਚੰਗੇ ਭਲੇ। ਕਿਉਂਕਿ ਜਿਨ੍ਹਾਂ ਨੂੰ ਹੰਕਾਰ ਸੀ, ਬਲੀ ਕੰਧਾਰੀ ਵਰਗਿਆਂ ਨੂੰ, ਉਹਨਾਂ ਨੂੰ ਵੀ ਤੁਸੀਂ ਹੰਕਾਰ ਨਿਵਰਤ ਕੀਤਾ ਉਹਨਾਂ ਦਾ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਇਹ ਵਾਹਿਗੁਰੂ, ਤੁਸੀਂ ਆਪਣੇ ਭਗਤਾਂ ਨੂੰ ਹਮੇਸ਼ਾ ਵਡਿਆਈਆਂ ਬਖਸ਼ਿਸ਼ ਕਰਦੇ ਹੋ ਅਤੇ ਗਰੀਬਾਂ ਅਨਾਥਾਂ ਨੂੰ ਵੀ ਵਡਿਆਈ ਦਿੰਦੇ ਹੋ। ਤੁਸੀਂ ਤਾਂ ਸਾਰਿਆਂ ਦੇ ਮਾਂ-ਬਾਪ ਹੋ, ਇੱਕ ਨਿਗਾਹ ਨਾਲ ਦੇਖਦੇ ਹੋ। ਦੁਨੀਆ ਤਾਂ ਧਰਕਾਰ ਦਿੰਦੀ, ਤੇਰਾ ਕੰਮ ਨਹੀਂ ਬਣਨਾ, ਤੈਨੂੰ ਕੁਝ ਨਹੀਂ ਮਿਲਣਾ, ਤੂੰ ਨਿਕੰਮਾ ਆਦਮੀ ਹੈ। ਪਰ ਤੁਸੀਂ ਨਹੀਂ ਕਹਿੰਦੇ ਇੱਦਾਂ। ਤੁਸੀਂ ਨਿਕੰਮਿਆਂ ਨੂੰ ਵੀ ਕਿਰਪਾ ਕਰ ਦਿੰਦੇ ਹੋ, ਕੰਮ ਵਾਲੇ ਬਣਾ ਦਿੰਦੇ ਹੋ। ਤੁਸੀਂ ਪਤਿਤਾਂ ਨੂੰ ਪਾਵਨ ਕਰ ਦਿੰਦੇ ਹੋ। ਤੁਸੀਂ ਸੱਜਣ ਠੱਗ ਨੂੰ ਤਾਰ ਦਿੱਤਾ, ਦੇਵਲੂਤ ਨੂੰ ਤਾਰ ਦਿੱਤਾ। ਦਸਵੇਂ ਪਾਤਸ਼ਾਹ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਸੀਗੇ, ਇੱਕ ਦਿਨ ਬੈਠੇ ਬੈਠੇ ਕਹਿੰਦੇ 5 ਸਿੰਘ ਤਿਆਰ ਹੋ ਜਾਓ, ਮੇਰਾ ਘੋੜਾ ਤਿਆਰ ਕਰੋ, ਜਾਣਾ। ਉਸੇ ਵਕਤ ਘੋੜਾ ਤਿਆਰ ਕਰਕੇ 5 ਸਿੰਘ ਨਾਲ ਲੈ ਕੇ ਜਦੋਂ ਇੱਕ
ਪਿੰਡ ਦੇ ਵਿੱਚ ਪਹੁੰਚੇ। ਉੱਥੇ ਪਠਾਣਾਂ ਦਾ ਹੀ ਰਾਜ ਸੀ ਸਾਰਾ, ਤੁਰਕਾਂ ਦਾ ਰਾਜ। ਉੱਥੋਂ ਦਾ ਨਵਾਬ ਉਹ ਭਾਈ ਗੁਲਾਬਾ ਨਾਮੇ ਇੱਕ ਸਿੱਖ ਸੀ, ਉਹਦੀ ਲੜਕੀ ਚੱਕ ਲਿਆਏ ਸੀ। ਉਹ ਥੱਲੇ ਭੋਰੇ ਦੇ ਵਿੱਚ ਰੱਖੀ ਹੋਈ ਸੀ, ਬੇਸਮੈਂਟ ਵਿੱਚ ਜਿਵੇਂ ਕਹਿ ਦਈਏ। ਤੇ ਉਹ ਕਾਜੀ ਰੋਜ਼ ਜਾ ਕੇ ਲੜਕੀ ਨੂੰ ਮਨਾਵੇ ਕਿ ਨਵਾਬ ਦੇ ਨਾਲ ਤੂੰ ਨਿਕਾਹ ਕਰ ਲੈ, ਔਰ ਗੁਲਾਬ ਸਿੰਘ ਨੂੰ ਵੀ ਇਹੀ ਮਨਾਉਣ ਕਿ ਤੂੰ ਨਿਕਾਹ ਕਰ ਦੇ। ਪਰ ਇਹ ਨਾ ਮੰਨੇ। ਕਹਿੰਦੇ ਦੇਖ ਤੇਰਾ ਗੁਰੂ ਇੱਥੇ ਨਹੀਂ ਆਉਣ ਲੱਗਿਆ, ਨਾ ਤੈਨੂੰ ਉਹਨੇ ਬਚਾਉਣਾ ਨਾ ਛਡਾਉਣਾ। ਉਸ ਵਕਤ ਮਹਾਰਾਜ ਦਸਵੇਂ ਪਾਤਸ਼ਾਹ ਹੌਲੀ ਕਦੇਣੇ ਘੋੜੇ ਤੋਂ ਉਤਰੇ, 5 ਸਿੰਘਾਂ ਨੂੰ ਬਾਹਰ ਖੜੇ ਕਰਕੇ ਸਿੱਧੇ ਭੋਰੇ ਦੇ ਵਿੱਚ ਚਲੇ ਗਏ, ਜਿੱਥੇ ਕਾਜੀ ਪੌੜੀਆਂ 'ਚ ਬੈਠਾ, ਇੱਕ ਹੱਥ ਪਿੱਛੇ ਨੂੰ ਜਿਵੇਂ ਰੱਖ ਕੇ ਢੋ ਜੀ ਲਾ ਕੇ ਪੌੜੀ ਦੀ ਬੈਠਾ, ਗੱਲਾਂ ਕਰਦਾ ਕਰਦਾ ਜਦ ਹੱਥ ਵੱਲ ਦੇਖਿਆ, ਬਹੁਤ ਕੀਮਤੀ ਚਮਕਦੀ ਹੋਈ ਜੁੱਤੀ ਨਜ਼ਰ ਆਈ। ਜਦ ਤਾਹਾਂ ਨੂੰ ਦੇਖਿਆ ਤਾਂ ਦਸਵੇਂ ਪਾਤਸ਼ਾਹ ਖੜੇ ਨੇ, ਸਾਹ ਸੁੱਕ ਗਏ ਉੱਥੇ ਹੀ। ਮਹਾਰਾਜ ਕਹਿੰਦੇ ਕੀ ਕਹਿੰਦਾ ਸੀ ਵੀ ਗੁਰੂ ਨਹੀਂ ਆਉਣ ਲੱਗਿਆ ਇੱਥੇ, ਦਸਵੇਂ ਪਾਤਸ਼ਾਹ ਨੇ ਨਹੀਂ ਆਉਣਾ ਇੱਥੇ, ਸਾਡਾ ਸਿੰਘ ਆ, ਤੁਸੀਂ ਪਰੇਸ਼ਾਨ ਕਰ ਮਾਰਿਆ ਇਹਨਾਂ ਨੂੰ, ਅਸੀਂ ਆਪਣੇ ਸਿੱਖ ਦੀ ਰੱਖਿਆ ਕਰਦੇ ਹਾਂ। ਉਸ ਵਕਤ ਕਾਜੀ ਨੂੰ ਫੜ ਕੇ ਸਿੰਘਾਂ ਨੇ ਨੂੜ ਲਿਆ ਉੱਥੇ ਹੀ, ਇੱਕ ਭਾਈ ਗੁਲਾਬੇ ਨੂੰ ਅਤੇ ਉਹਦੀ ਲੜਕੀ ਨੂੰ ਘੋੜੇ ਤੇ ਬਿਠਾ ਕੇ ਤੋਰ ਦਿੱਤਾ। ਫਿਰ ਸਤਿਗੁਰੂ ਨੇ ਨਵਾਬ ਨੂੰ ਬੁਲਾ ਲਿਆ। ਨਵਾਬ ਵੀ ਫਿਰ ਉੱਥੇ ਕੰਬਣ ਲੱਗ ਪਿਆ। ਸਤਿਗੁਰੂ ਕਹਿੰਦੇ ਆ ਇੱਧਰ ਬਹਿ ਜਾ, ਜਰਾ ਚੌਂਪੜ ਖੇਡੀਏ। ਚੌਂਪੜ ਖੇਡਣ ਲੱਗੇ। ਪਹਿਲਾਂ ਚੌਂਪੜ 'ਚ ਹਰਾਇਆ ਚੰਗੀ ਤਰ੍ਹਾਂ ਨੂੰ। ਕਹਿੰਦੇ ਹਾਂ ਹੁਣ ਦੱਸ ਕੀ ਤੇਰੇ ਮਨ 'ਚ ਹੈ। ਗੁਰਾਂ ਨੇ ਐਸੀ ਨਿਗਾਹ ਨਾਲ ਤੱਕਿਆ, ਉਹਦੇ ਵਿਕਾਰ ਹੀ ਮੇਟ ਦਿੱਤੇ ਮਹਾਰਾਜ ਨੇ। ਕਹਿੰਦੇ ਮਾੜੇ ਕੰਮ ਨਹੀਂ ਕਰੀਦੇ, ਤੇਰੀ ਪਿਛਲੇ ਜਨਮਾਂ ਦੀ ਕਮਾਈ ਹੈ, ਨਵਾਬ ਬਣਿਆ ਹੋਇਆ, ਚੰਗੇ ਕੰਮ ਕਰੀਦੇ। ਤੇਰੀਆਂ ਧੀਆਂ ਵਰਗੀ ਲੜਕੀ ਆ, ਤੂੰ ਕਹਿੰਦਾ ਮੈਂ ਉਹਦੇ ਨਾਲ ਰਿਸ਼ਤਾ ਕਰਨਾ। ਕਹਿੰਦਾ ਮਹਾਰਾਜ ਹੁਣ ਨਹੀਂ ਕਰਦਾ, ਗਲਤੀ ਹੋ ਗਈ ਸੀ ਮੈਥੋਂ। ਮਹਾਰਾਜ ਤੋਂ ਮਾਫੀ ਮੰਗ ਕੇ ਖਹਿੜਾ ਛੁਡਾਇਆ। ਇਸ ਕਰਕੇ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਇਸੇ ਤਰ੍ਹਾਂ ਭਾਈ ਹਰਾ ਨਾਮੇ ਸਿੱਖ ਯੂਪੀ ਦੇ ਵਿੱਚ ਟਾਂਡਾ ਪੈਂਦਾ ਸ਼ਹਿਰ। ਸੋ ਟਾਂਡੇ ਵਿੱਚ ਉਹ ਰਾਜੇ ਨੇ, ਉੱਥੋਂ ਦੇ ਰਾਜੇ ਨਵਾਬ ਨੇ ਗੁਲਾਮਾਂ ਦੇ ਵਿੱਚ ਪਕੜ ਕੇ ਲਿਆਂਦਾ। 2 ਸਾਲ ਉਹਨੂੰ ਜੇਲ੍ਹ 'ਚ ਰੱਖਿਆ ਉੱਥੇ। ਭਾਈ ਹਰਾ ਰੋਜ਼ ਅਰਦਾਸ ਕਰੇ, ਹੇ ਗੁਰੂ ਨਾਨਕ ਜੀ ਰੱਖੋ, ਹੇ ਗੁਰੂ ਨਾਨਕ ਜੀ ਬਚਾਓ। ਗੁਰੂ ਨਾਨਕ ਦੇਵ ਜੀ ਆਪ ਫਿਰ ਉੱਥੇ ਚਲੇ ਗਏ, ਫਿਰ ਉਹਨੂੰ ਜਾ ਕੇ ਛਡਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਉੱਥੇ ਕੌਤਕ ਵਰਤਾਤਾ ਜਾ ਕੇ। ਤਾਂ ਮਹਾਰਾਜ ਕਹਿੰਦੇ ਜਿਹੜਾ ਕੋਈ ਦੁਨੀਆ 'ਚ ਅਨਾਥ ਹੈ, ਜਿਹੜਾ ਕੋਈ ਇਹ ਸਮਝਦਾ ਮੇਰਾ ਕੋਈ ਨਹੀਂ, ਉਹ ਗੁਰੂ ਨਾਨਕ ਨੂੰ ਯਾਦ ਕਰੇ, ਉਹ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰੇ ਕਿ ਸਤਿਗੁਰੂ ਤੁਸੀਂ ਕਰ ਸਕਦੇ ਹੋ ਸਾਰਾ ਕੁਝ, ਮੇਰੇ ਗਰੀਬ ਤੇ ਨਿਮਾਣੇ ਤੇ ਅਨਾਥ ਤੇ ਮਿਹਰ ਕਰ ਦਿਓ। ਸਤਿਗੁਰੂ ਆਪਣੇ ਸਿੱਖ ਦੀ ਬਾਂਹ ਫੜ ਲੈਂਦੇ ਨੇ, ਬਾਂਹ ਫੜ ਲੈਂਦੇ ਨੇ, ਬਾਂਹ ਫੜ ਲੈਂਦੇ ਨੇ।